ਸਤਿ ਸ਼੍ਰੀ ਅਕਾਲ। ਚੈਨਲ ਸ਼ਬਦ ਹੁਲਾਰੇ ਵਿੱਚ ਤੁਹਾਡਾ ਸਵਾਗਤ ਹੈ। ਸਾਡਾ ਅੱਜ ਦਾ ਵਿਸ਼ਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਅਤੇ ਸਾਹਿਤਿਕ ਵਿਸ਼ੇਸ਼ਤਾ। ਸਭ ਤੋਂ ਪਹਿਲਾਂ ਅਸੀਂ ਕਰਦੇ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਦਿ ਗ੍ਰੰਥ ਦਾ ਨਾਮ ਵੀ ਮਿਲਿਆ ਹੈ। ਇਹ ਇੱਕ ਅਨਮੋਲ ਰਚਨਾਵਾਂ ਦਾ ਸੰਗ੍ਰਹਿ ਹੈ। ਸਿੱਖ ਧਰਮ ਦਾ ਮਹਾਨ ਗ੍ਰੰਥ ਹੈ। ਇਸ ਨੂੰ ਉਹ ਆਪਣਾ ਗੁਰੂ ਮੰਨਦੇ ਹਨ। ਇਸ ਦੀ ਸਮਾਜਿਕ, ਇਤਿਹਾਸਿਕ, ਧਾਰਮਿਕ, ਸੱਭਿਆਚਾਰਿਕ ਅਤੇ ਸਾਹਿਤਿਕ ਮਹਾਨਤਾ ਅਤੇ ਵਿਸ਼ੇਸ਼ਤਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਸੰਸਾਰ ਦੀਆਂ ਅਨੇਕਾਂ ਭਾਸ਼ਾਵਾਂ ਵਿੱਚ ਇਸ ਨੂੰ ਅਨੁਵਾਦ ਕੀਤਾ ਗਿਆ ਹੈ। ਇਸ ਧਾਰਮਿਕ ਅਤੇ ਮਹਾਨ ਗ੍ਰੰਥ ਦੀ ਸੰਪਾਦਨਾ ਦਾ ਕਾਰਜ ਸਿੱਖਾਂ ਦੇ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤਾ। ਇਸ ਵਿੱਚ ਸ਼ਾਮਿਲ ਰਚਨਾਵਾਂ ਨੂੰ ਲਿਖਵਾਉਣ ਲਈ ਭਾਈ ਗੁਰਦਾਸ ਜੀ ਨੂੰ ਚੁਣਿਆ ਗਿਆ। ਗੁਰੂ ਜੀ ਨੇ ਇਹ ਕਾਰਜ 1601 ਈਸਵੀ ਵਿੱਚ ਸ਼ੁਰੂ ਕੀਤਾ ਅਤੇ 4 ਸਾਲ ਬਾਅਦ ਇਹ ਕਾਰਜ 1604 ਈਸਵੀ ਵਿੱਚ ਮੁਕੰਮਲ ਹੋਇਆ। ਇਸ ਉਪਰੰਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦਾ ਪ੍ਰਕਾਸ਼ ਸਭ ਤੋਂ ਪਹਿਲਾਂ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਕੀਤਾ ਗਿਆ। ਉੱਥੇ ਸਭ ਤੋਂ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਚੁਣੇ ਗਏ। ਹੁਣ ਅਸੀਂ ਜਾਣਦੇ ਹਾਂ ਇਸ ਗ੍ਰੰਥ ਜੀ ਦੇ ਮਹਾਨ ਬਾਣੀਕਾਰਾਂ ਬਾਰੇ। ਇਸ ਗ੍ਰੰਥ ਵਿੱਚ ਮਹਾਨ ਬਾਣੀਕਾਰਾਂ ਦੀ ਬਾਣੀ ਦਰਜ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ ਅੰਗਦ ਦੇਵ ਜੀ, ਸ਼੍ਰੀ ਗੁਰੂ ਅਮਰਦਾਸ ਜੀ, ਸ਼੍ਰੀ ਗੁਰੂ ਰਾਮਦਾਸ ਜੀ, ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ। ਗੁਰੂਆਂ ਤੋਂ ਇਲਾਵਾ ਭਗਤ ਕਵੀਆਂ ਨੇ ਵੀ ਇਸ ਮਹਾਨ ਗ੍ਰੰਥ ਵਿੱਚ ਬਾਣੀ ਦਰਜ ਕਰਾਉਣ ਦਾ ਮਾਣ ਹਾਸਿਲ ਕੀਤਾ ਹੈ। ਹੁਣ ਅਸੀਂ ਜਾਣਦੇ ਹਾਂ ਇਹਨਾਂ ਮਹਾਨ ਭਗਤ ਕਵੀਆਂ ਦੇ ਨਾਮ। ਸਭ ਤੋਂ ਪਹਿਲਾਂ ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਭਗਤ ਤਿਰਲੋਚਨ, ਭਗਤ ਪੀਪਾ ਅਤੇ ਭਗਤ ਧੰਨਾ ਜੀ। ਗੁਰੂ ਘਰ ਦੇ ਨਿਕਟ ਵਰਤੀਆਂ ਦੀ ਬਾਣੀ ਨੂੰ ਵੀ ਆਦਿ ਗ੍ਰੰਥ ਵਿੱਚ ਖਾਸ ਸਥਾਨ ਦਿੱਤਾ ਗਿਆ ਹੈ, ਜਿਵੇਂ ਸੱਤਾ, ਬਲਵੰਡ ਅਤੇ ਭਾਈ ਮਰਦਾਨਾ। ਸੂਫੀ ਕਵੀਆਂ ਵਿੱਚੋਂ ਬਾਬਾ ਫਰੀਦ ਜੀ ਦੇ 4 ਸ਼ਬਦ, 112 ਸਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ। ਇਹਨਾਂ ਤੋਂ ਇਲਾਵਾ 11 ਭੱਟ ਕਵੀ ਵੀ ਇਸ ਵਿੱਚ ਸ਼ਾਮਿਲ ਹਨ। ਇਹਨਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕੀਤੀ ਗਈ ਹੈ। ਹੁਣ ਅਸੀਂ ਵੇਖਦੇ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਤਰਤੀਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਜਪਜੀ ਸਾਹਿਬ ਦੀ ਬਾਣੀ ਦਰਜ ਹੈ। ਇਸ ਵਿੱਚ ਸਭ ਤੋਂ ਪਹਿਲਾਂ ਮੂਲ ਮੰਤਰ ਲਿਖਿਆ ਹੋਇਆ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਟੋਟਲ 31 ਰਾਗਾਂ ਵਿੱਚ ਹੈ, ਜਿਨ੍ਹਾਂ ਵਿੱਚੋਂ ਪ੍ਰਮੁੱਖ ਸ੍ਰੀ ਰਾਗ, ਰਾਗ ਮਾਝ, ਰਾਗ ਗੌੜੀ, ਧਨਾਸਰੀ, ਗੁਜਰੀ, ਸੂਹੀ, ਬਿਲਾਵਲ ਅਤੇ ਗੌੜ ਰਾਗ ਆਦਿ ਹਨ। ਇਸ ਮਹਾਨ ਗ੍ਰੰਥ ਵਿੱਚ ਪਹਿਲਾ ਰਾਗ ਸ੍ਰੀ ਰਾਗ ਹੈ ਅਤੇ ਅਖੀਰਲਾ ਰਾਗ ਇਸ ਵਿੱਚ ਜੈ ਜੈਵੰਤੀ ਵਰਤਿਆ ਗਿਆ ਹੈ। ਇਸ ਦੇ ਕੁੱਲ 1430 ਪੰਨੇ ਹਨ। 1 ਤੋਂ ਲੈ ਕੇ 13 ਤੱਕ ਦੇ ਪੰਨੇ ਰਾਗਬੰਦ ਨਹੀਂ ਹਨ ਅਤੇ 14 ਤੋਂ ਲੈ ਕੇ 1430 ਤੱਕ ਸਾਰੇ ਪੰਨੇ ਹੀ ਰਾਗਬੰਦ ਹਨ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਵਿੱਚ ਦਰਜ ਬਾਣੀ ਨੂੰ ਇਸ ਪ੍ਰਕਾਰ ਵਿਉਂਤ ਨਾਲ ਲੜੀਵਾਰ ਲਗਾਇਆ ਹੈ ਕਿ ਇਹ ਮਾਲਾ ਵਿੱਚ ਪਰੋਏ ਮੋਤੀਆਂ ਵਾਂਗ ਜਾਪਦੇ ਹਨ। ਹੁਣ ਅਸੀਂ ਵੇਖਦੇ ਹਾਂ ਇਸ ਬਾਣੀ ਦੀ ਸਾਹਿਤਿਕ ਵਿਸ਼ੇਸ਼ਤਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਰਚਨਾ ਦਾ ਇੱਕੋ ਇੱਕ ਮਹਾਨ ਵਿਸ਼ਾ ਹੈ। ਪਰਮਾਤਮਾ ਇੱਕ ਹੈ। ਉਸਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਅਤੇ ਹਰ ਕਾਰਜ ਉਹ ਆਪ ਕਰ ਰਿਹਾ ਹੈ। ਉਹ ਸਰਵ ਵਿਆਪਕ ਹੈ, ਅੰਤਰਜਾਮੀ ਹੈ, ਪ੍ਰਭੂ ਨਿਰਭਉ ਅਤੇ ਨਿਰਵੈਰ ਹੈ। ਇਸ ਵਿੱਚ ਸੰਨਿਆਸੀ ਆਦਮੀ ਨਾਲੋਂ ਗ੍ਰਸਤੀ ਇਨਸਾਨ ਦਾ ਜੀਵਨ ਉੱਤਮ ਮੰਨਿਆ ਗਿਆ ਹੈ, ਪਰ ਮਨੁੱਖ ਪਦਾਰਥਕ ਮੋਹ ਮਾਇਆ ਵਿੱਚ ਵਧੇਰੇ ਗ੍ਰਸਿਆ ਨਾ ਜਾਏ। ਹੁਣ ਅਸੀਂ ਵੇਖਦੇ ਹਾਂ ਇਸ ਦੇ ਭਾਸ਼ਾਈ ਅਤੇ ਕਲਾ ਪੱਖ ਬਾਰੇ। ਇਸ ਵਿੱਚ ਬੋਲੀ ਪੰਜਾਬੀ ਹੈ। ਕਿਤੇ ਕਿਤੇ ਧਰਮਾਂ ਦੇ ਸਮਾਜਿਕ ਸਮੂਹਾਂ ਦੀ ਬੋਲੀ ਦੇ ਨਮੂਨੇ ਵੀ ਮਿਲਦੇ ਹਨ। ਸੰਸਕ੍ਰਿਤ, ਰਾਜਸਥਾਨੀ, ਗੁਜਰਾਤੀ, ਬੰਗਾਲੀ, ਹਿੰਦੀ, ਬ੍ਰਿਜ, ਮਰਾਠੀ, ਚੀਨ ਦੀ ਪ੍ਰਕਿਰਤ ਅਪਭ੍ਰੰਸ਼ ਦੇ ਸ਼ਬਦਾਂ ਦਾ ਪ੍ਰਯੋਗ ਵੀ ਮਿਲਦਾ ਹੈ। ਭਾਸ਼ਾ ਵਿੱਚ ਸਰਲਤਾ ਅਤੇ ਸੰਜਮ ਇਸ ਵਿਚਲਾ ਉੱਤਮ ਗੁਣ ਹੈ। ਸੋ ਇਹ ਗ੍ਰੰਥ ਬਿੰਬ, ਛੰਦ, ਅਲੰਕਾਰ, ਰਸ ਆਦਿ ਸਭ ਤਰ੍ਹਾਂ ਦੇ ਕਾਵਿ ਭੇਦ ਨਾਲ
ਭਰਪੂਰ ਮਹਾਨ ਗ੍ਰੰਥ ਹੈ। ਸੋ ਇਹ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ ਹੈ। ਭੁੱਲ ਚੁੱਕ ਮਾफ़ ਕਰਨੀ। ਧੰਨਵਾਦ।